मैं कुलविंदर बेदी, तुसी देख रहे हो पंजाब स्टेट 24 न्यूज़ चैनल खन्ना। आरती ओंकार सतगुर प्रसाद गगन में थाल तेज है गुरबाणी है। मैं नेगेटिव नहीं जाना चाहता, पर सैल्फ एनालिसिस ते करिए ना, चलो अपने अपने घर में शुरू करिए। भरम मिट गए, सूतक पातक अज्ञानता अंधविश्वास ਇੱਥੇ ਜਾ ਕੇ ਸਤਿਗੁਰੂ ਜੀਆਂ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਾਉਣ ਦਾ ਮਨ ਦੇ ਵਿੱਚ ਸੰਕਲਪ ਆਉਂਦਾ ਆ। ਉਹਦਾ ਕਾਰਨ ਕਿਉਂਕਿ ਗੁਰੂ ਰਾਮਦਾਸ ਜੀਆਂ ਦਾ ਜਿਹੜਾ ਸਭ ਤੋਂ ਵੱਡਾ ਪੁੱਤ ਪ੍ਰਿਥੀ ਚੰਦ ਆ ਨਾ, ਉਹਦੇ ਮਨ ਦੇ ਵਿੱਚ ਆਇਆ ਵੀ ਮੈਨੂੰ ਗੱਦੀ ਨਾ ਮਿਲਣ ਦਾ ਕਾਰਨ ਇਹ ਆ ਵੀ ਮੈਨੂੰ ਬਾਣੀ ਹੀ ਉਚਾਰਨ ਕਰਨੀ ਆਉਂਦੀ। ਇਸ ਕਾਰਨ ਕਰਕੇ ਉਹਨੇ ਆਪਣੇ ਅੱਗੇ ਪੁੱਤ ਮਿਹਰਬਾਨ ਨੂੰ ਆਖਿਆ ਵੀ ਪੁੱਤ ਤੂੰ ਬਾਣੀ ਦੀ ਰਚਨਾ ਕਰਨੀ ਆ। ਇਹਨੂੰ ਕੇਸਰ ਸਿੰਘ ਛਿੱਬਰ ਜੀ ਕਹਿੰਦੇ ਨੇ ਵੀ ਮਿਹਰਬਾਨ ਪੁੱਤ ਪ੍ਰਿਥੀ ਦਾ ਕਵੀ ਆਣ ਕੇ ਦੁਨੀਆ ਬਾਅਦ ਨਾ ਕੋਈ ਪਹਿਲਾ ਪਾਣੀ ਸ਼ੁਰੂ ਹੋਇਆ। ਤੁਸੀਂ ਕਿਹੜੇ ਸੂਤਕ ਦੀ ਗੱਲ ਕਰਦੇ ਹੋ? ਬਾਣੀ ਦਾ ਸੱਚ ਇੰਨਾ ਪ੍ਰਬਲ ਹੈ ਕਿ ਮੇਰੇ ਵਰਗਾ ਬੰਦਾ ऐसी यारी होई अब घटना तेरी यारी अनहद सब का जन्म सहस्ता नैना नैन तू देखो सहस मूरत नारायण। ਮੇਰੇ ਵੱਲ 9 ਮਹੀਨੇ ਲੱਗ ਗਏ। ਹੁਣ ਇੱਡਾ ਪ੍ਰਬਲ ਸੱਚ ਸਾਡੇ ਕੋਲ ਹੋਇਆ, ਅਸੀਂ ਫਿਰ ਭਰਮਾਂ 'ਚ ਪਏ ਹੋਏ ਆ। 2% ਦੇ ਪਖੰਡੀ ਪੰਜਾਬ ਦੀ ਧਰਤੀ ਉੱਤੇ ਗਾਹ ਪੈ ਗਿਆ ਪਖੰਡ ਦੇ ਡੇਰਿਆਂ ਦਾ। ਅੰਧਕਾਰ ਦੀ ਟੱਕਰਾਂ ਖਾ ਰਿਹਾ। ਬਾਬਾ ਰਮਦਾਸ ਜੀ ਦੀ ਉਦਾਹਰਨ ਬੜੀ ਸੋਹਣੀ। ਬਾਬਾ ਜੀ ਕਹਿੰਦੇ ਰੱਸੀ ਹਨੇਰੇ ਤੇ ਸੱਪ ਦਾ, ਜਿਹੜੇ ਬਾਣੀ ਪੜ੍ਹਨ ਵਾਲੇ ਸਿੱਖਾਂ ਨੂੰ ਯਾਦ ਰੱਖੇ ਰਾਜ ਹੋਇਆ ਪ੍ਰਸੰਗ ਜੈਸੇ ਹੈ ਆਪ ਦਾ ਚੂਨਾ ਹੁੰਦਣਾ। ਬਾਬਾ ਰਮਦਾਸ ਜੀ ਦਾ ਕਹਿੰਦੇ ਦਾਰਾ ਇਹ ਗਿਆ ਵੀ ਇਹ ਸੱਪ ਪਿਆ ਹੈ, ਰੱਸੀ ਦੇ ਵਾਲੇ ਦੇ ਨਹੀਂ ਪਏ ਹੁੰਦੇ। ਹੁਣ ਉਹ ਭੁਲੇਖਾ ਕਦੋਂ ਜਾਏਗਾ, ਉਹ ਡਰ ਕਦੋਂ ਜਾਏਗਾ, ਉਹ ਭਰਮ ਕਦੋਂ ਜਾਏਗਾ? ਜਦੋਂ ਸਵੇਰ ਆਉਣ ਪਏਗਾ, ਜਦੋਂ ਲਾਈਟ ਹੋਏਗੀ, ਦੀਵਾ ਜਗੇਗਾ, ਜਦੋਂ ਸੂਰਜ ਚੜ੍ਹੇਗਾ, ਮਤਲਬ ਕਿਸੇ ਤਰ੍ਹਾਂ ਵੀ ਪ੍ਰਕਾਸ਼ ਹੋਏ ਤੇ ਭਰਮ ਮਿਟੇਗਾ। ਇਸੇ ਤਰ੍ਹਾਂ ਸਾਧ ਸੰਗਤ ਜੋ ਕੁਝ ਵੀ ਨਹੀਂ ਉਹਦੇ ਤੋਂ ਅਸੀਂ ਕਰੀ ਜਾ ਰਹੇ ਹਾਂ, ਕਿਉਂਕਿ ਅਸੀਂ ਭਰਮ ਵਿੱਚ ਹਾਂ। ਤੇ ਭਰਮ ਇਸ ਲਈ ਹੈ ਕਿ ਜੋ ਗੁਰਬਾਣੀ ਇਸ ਜਗ ਮੈਂ ਚਾਨਣ ਸੀ ਉਹਨੂੰ ਅਸੀਂ ਮਾਣਿਆ ਨਹੀਂ। ਅਸੀਂ ਸਿਰਫ ਮੱਥੇ ਟੇਕਦੇ। ਕਿੰਨੀ ਦੁਨੀਆ ਭਰਮ ਚ ਪਈ ਹੈ। ਸ਼ਨੀਵਾਰ, ਵੀਰਵਾਰ, ਮੰਗਲਵਾਰ, ਭਾਦੂਵਾਰ ਹੀ ਰਹਿ ਜਾਂਦਾ ਅੰਦਰ ਜਾਂਦੇ ਬੰਦੇ ਵਿੱਚ ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਜਿੰਦਰ ਸਿੰਘ ਜੀ ਪ੍ਰਧਾਨ ਨੇ, ਜੋ ਵੈਬ ਮੀਡੀਆ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਆਪਣੀ ਸਿਰੋਂ ਦੀ ਬਖਸ਼ਿਸ਼ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਗੁਰਦੀਪ ਸਿੰਘ ਜੀ ਨਿਊਜ਼ 18 ਤੋਂ, ਗੁਰਦੀਪ ਸਿੰਘ ਜੀ ਨਿਊਜ਼ 18 ਤੋਂ, ਉਹਨਾਂ ਨੂੰ ਬੇਨਤੀ ਹੈ। ਬੋਲੇ ਸੋ ਨਿਹਾਲ। ਸੰਜੇ ਸੈਣੀ ਜੀ ਦੈਨਿਕ ਸਵੇਰਾ ਤੋਂ, ਸੰਜੇ ਸੈਣੀ ਜੀ। ਬੋਲੇ ਸੋ ਨਿਹਾਲ। ਰਾਜਕੁਮਾਰ ਨਹਿਰੋ ਜੀ, ਜਿਨ੍ਹਾਂ ਨੂੰ ਬੱਚਾ ਬੱਚਾ ਜਾਣਦਾ ਹੈ। ਬੋਲੇ ਸੋ ਨਿਹਾਲ। ਓਮਕਾਰ ਸਿੰਘ ਸੱਤੂ ਜੀ। ਬੋਲੇ ਸੋ ਨਿਹਾਲ। ਕੁਲਵਿੰਦਰ ਸਿੰਘ ਜੀ ਬੇਦੀ। ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰਾਂਗਾ ਮਨਪ੍ਰੀਤ ਸਿੰਘ ਜੀ ਪ੍ਰਿੰਸ, ਜਿਹੜੇ ਕਿ ਸਭ ਤੋਂ ਨੇੜੇ
ਤੋਂ ਬਣ ਕੇ ਲੈ ਆਈ ਹੈ। ਬੋਲੇ ਸੋ ਨਿਹਾਲ। ਸਮੁੱਚੀ ਮੀਡੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਆਇਆ। ਅੱਜ ਦਾ ਇਹ ਪਵਿੱਤਰ ਦਿਹਾੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਕੇ ਸੰਪਾਦਨਾ ਕਰਕੇ ਅੱਜ ਦੇ ਪਵਿੱਤਰ ਦਿਹਾੜੇ ਬਾਬਾ ਬੁੱਢਾ ਜੀ ਕੋਲੋਂ ਹੈਡ ਗ੍ਰੰਥੀ ਦੇ ਤੌਰ ਤੇ ਉਹਨਾਂ ਤੋਂ ਪ੍ਰਕਾਸ਼ ਕਰਵਾਇਆ ਹੈ। ਔਰ ਪਹਿਲਾ ਮੁੱਖ ਵਾਕ ਕੀ ਆਇਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਸੰਸਾਰ ਭਰ ਦੇ ਵਿੱਚ ਜਿੱਥੇ ਵੀ ਕਿਤੇ ਗੁਰੂ ਨਾਨਕ ਨਾਮ ਲੇਵਾ ਰਹਿੰਦੇ ਹਨ, ਅੱਜ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਅਤੇ ਪਿਆਰ ਦੇ ਨਾਲ ਮਨਾ ਰਹੀਆਂ ਨੇ। ਆਪਾਂ ਵੀ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਇਹ ਵਿਸ਼ੇਸ਼ ਦੀਵਾਨ ਜੋ ਰਾਤ ਦੇ ਵੀ ਸਵੇਰੇ ਵੇਲੇ ਵੀ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਨੇ, ਉਪਰੰਤ ਦੁੱਧ ਦੇ ਮਿਸ਼ਟਾਨ ਦੇ ਲੰਗਰ ਵਰਤਾਏ ਸਨ। ਸੋ ਅੱਜ ਆਪਾਂ ਨੇ ਇਹ ਦੀਵਾਨ ਬੜੇ ਸ਼ਰਧਾ ਤੇ ਪਿਆਰ ਨਾਲ ਮਨਾਉਣੇ ਨੇ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਾਂ ਸਮਾਪਤੀ ਵੇਲੇ ਕੋਈ ਕਾਹਲੀ ਨਹੀਂ ਕਰਨੀ। ਦੇਖੋ ਇਹ ਸਮਾਗਮ ਰੋਜ਼ ਨਹੀਂ ਆਉਂਦੇ, ਬਿਨ ਭਾਗਾਂ ਸਤਸੰਗ ਨਾਲ ਲੱਭੇ, ਬਿਨ ਸੰਗਤ ਬੈਣ ਕਰੀ ਜੈ ਜਿਉ। ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਇਸ ਭਾਗਾ ਸਮਾਂ ਤੁਹਾਨੂੰ ਗੁਰੂ ਦੇ ਚਰਨਾਂ ਵਿੱਚ ਬੈਠਣ ਨੂੰ ਮਿਲਿਆ। ਸੋ ਆਪਾਂ ਨੇ ਜਦੋਂ ਸਮਾਪਤੀ ਕਰਨੀ ਹੈ, ਗੁਰੂ ਸਾਹਿਬਾਨ ਨੂੰ ਨਿੱਜੀ ਸਥਾਨ ਤੇ ਲੈ ਕੇ ਜਾਣਾ ਹੈ। ਸਾਰਿਆਂ ਨੇ ਸਟੈਂਡਾਂ ਤੇ ਖੜੇ ਹੋ ਕੇ ਪਹਿਲਾਂ ਫੁੱਲ ਵਰਤਾਏ ਜਾਣਗੇ ਔਰ ਫੁੱਲਾਂ ਦੀ ਵਰਖਾ ਕਰਨੀ ਆ। ਆਪਾਂ ਨੇ ਸਾਫ਼ ਕਹਿਣਾ ਵੀ ਆਪਾਂ ਨੇ ਕਾਹਲੀ ਨਹੀਂ ਕਰਨੀ। 10-15 ਮਿੰਟ ਦਾ ਸਮਾਂ ਜਿਹੜਾ ਆਪਾਂ ਨੂੰ ਲੱਗੂਗਾ, ਇਸ ਕਰਕੇ ਕਾਹਲੀ ਨਹੀਂ ਕਰਨੀ। ਕਰਨਾ ਚ ਬੇਨਤੀ ਹੈ, ਬੜੇ ਸ਼ਰਧਾ ਤੇ ਪਿਆਰ ਦੇ ਨਾਲ ਆਪਾਂ ਫਿਰ ਲੰਗਰ ਛਕ ਕੇ ਜਾਣੇ ਨੇ। ਜਿਹੜੇ ਅੱਜ ਦੇ ਲੰਗਰਾਂ ਦੀ ਸੇਵਾ ਵੀ ਲਈ ਹੈ ਉਹ ਭਾਈ ਸਾਹਿਬ ਭਾਈ ਹਰਦੇਵ ਸਿੰਘ ਹੁਣਾਂ ਵੱਲੋਂ ਲਈ ਹੈ। ਸੋ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਹੁਣਾਂ ਨੂੰ ਬੇਨਤੀ ਕਰਦਾ, ਤਕਰੀਬਨ ਘੰਟੇ ਸਵਾ ਘੰਟੇ ਦੇ ਵਾਸਤੇ ਤੁਹਾਡੇ ਨਾਲ ਉਹਨਾਂ ਪੁਰਾਣਿਕਾਂ ਦੀ ਮਾਫੀ ਵਾਹਿਗੁਰੂ। ਸੰਗਤਾਂ ਵੱਲੋਂ ਆਪ ਜੀਆਂ ਦੇ ਹਜ਼ੂਰ ਗ੍ਰੰਥ ਪ੍ਰਸ਼ਾਦ ਲਿਆਂਦਾ ਸਤਿਗੁਰੂ ਜੀਓ ਪ੍ਰਵਾਨ ਕਰਨਾ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਚ ਵਰਤੇ ਜੋ ਛਕੇ ਸਤਿਨਾਮ ਸ਼੍ਰੀ ਵਾਹਿਗੁਰੂ ਜਪਦੇ ਸਤਿਗੁਰੂ ਜੀਓ। ਦਰ ਕਰਦੇ ਪ੍ਰੀਤਵਨ ਲਹਿਰੀ ਪਰਿਵਾਰ ਦੀ ਹਰਨਾਮ ਸਿੰਘ ਜੀਆਂ ਦੇ ਪਰਿਵਾਰ ਦੇ ਸਤਿਗੁਰੂ ਮਹਿਰਾਮਤ ਭਰਿਆ ਹੱਥ ਰੱਖ ਕੇ ਦਰੋਂ ਕਰੋ ਨਾਮ ਦੀਆਂ ਦਾਤਾਂ, ਚੜ੍ਹਦੀਆਂ ਕਲਾ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਕਰੋ ਕਿਰਪਾ। ਇਲਾਹੀ ਹੁਕਮ ਦੀ ਦਾਤ ਬਖਸ਼ੋ। 6 ਪੌੜੀਆਂ ਸ਼੍ਰੀ ਆਨੰਦ ਸਾਹਿਬ ਜੀ ਕੇ ਪਾਠ की अरदास। अक्षर वाधा घाटा भूल चुक माफ करनी, सर्वत के कार्य रास करने। सही प्यारे में जिन्हां मिलिया का नाम चिंता में नानक नाम चढ़ती कला मेरे। ਹੋਇਆ ਸਾਰੇ ਮਹਾਂਪੁਰਖਾਂ ਦੀ ਬਾਣੀ ਇਕੱਤਰ ਕਰਕੇ ਉਹਦੀ ਸੰਪਾਦਨਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਔਰ ਅੱਜ ਦੇ ਦਿਨ ਪ੍ਰਕਾਸ਼ਮਾਨ ਕੀਤਾ ਹਰਿਮੰਦਰ ਸਾਹਿਬ ਦੇ ਅੰਦਰ। ਸਮਾਜ ਦੀ ਜਿਹੜੀ ਉਸ ਵੇਲੇ ਦੀ ਦਸ਼ਾ ਸੀ, ਰੱਬ ਦੇ ਨਾਵਾਂ ਤੇ ਥਾਵਾਂ ਦੀ ਲੜਾਈ,
ਵਰਨ ਵੰਡ ਉਹ ਸਮਾਜ ਵਾਸਤੇ ਇੱਕ ਕਲੰਕ ਦੇ ਬਰਾਬਰ ਸੀ। ਸਤਿਗੁਰੂ ਜੀ ਨੇ ਉਹ ਸਾਰੀਆਂ ਵੰਡੀਆਂ ਨੂੰ ਖਤਮ ਕਰਕੇ ਇੱਕ ਓੰਕਾਰ ਦਾ ਉਪਦੇਸ਼ ਦਿੰਦਿਆਂ ਚਾਰ ਦਰਵਾਜ਼ੇ ਖੁੱਲ੍ਹੇ ਰੱਖ ਕੇ ਹਰਿਮੰਦਰ ਸਾਹਿਬ ਦੇ ਚੌਂ ਕੁੰਟਾਂ ਵਾਸਤੇ, ਸਾਰੀ ਮਨੁੱਖਤਾ ਵਾਸਤੇ, ਸਾਰੇ ਵਿਤਕਰੇ ਮਿਟਾਉਂਦਿਆਂ ਹੋਇਆਂ ਸਾਰੇ ਮਹਾਂਪੁਰਖ ਬਾਬਾ ਰਵਿਦਾਸ ਜੀ, ਕਬੀਰ ਸਾਹਿਬ ਜੀ, ਸੈਨ ਜੀ, ਸਦਨਾ ਜੀ, ਜਿਨ੍ਹਾਂ ਨੂੰ ਵਰਨ ਵੰਡ ਵਾਲੇ ਨੀਚ ਕਹਿ ਕੇ ਦੁਰਕਾਰਦੇ ਸਨ, ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਸਿੰਘਾਸਨ 'ਤੇ ਬਿਠਾ ਕੇ ਮਾਨਵੀ ਏਕਤਾ ਦਾ ਉਪਦੇਸ਼ ਦਿੱਤਾ। ਏਕੇ ਦੀ ਗੱਲ ਸਿਰਫ ਕਥਨ ਨਹੀਂ ਕੀਤੀ, ਉਹਨੂੰ ਪ੍ਰੈਕਟੀਕਲ ਲਾਗੂ ਕੀਤਾ। ਜਗਤ ਨੂੰ ਭਰਮ ਵਿੱਚੋਂ ਕੱਢਿਆ, ਅਗਿਆਨਤਾ ਵਿੱਚੋਂ ਕੱਢਿਆ। ਇਹ ਸਾਰੀ ਮਨੁੱਖਤਾ ਨੂੰ ਇੱਕ ਹੋਣ ਦਾ ਇਹਦੇ ਤੋਂ ਬਿਹਤਰ ਉਪਦੇਸ਼ ਹੋਰ ਕੋਈ ਨਹੀਂ ਹੋ ਸਕਦਾ। ਸੋ ਬਾਣੀ ਕੁੱਲ ਮਨੁੱਖਤਾ ਵਾਸਤੇ ਇੱਕ ਸੂਰਜ ਉਦੇ ਹੁੰਦਾ, ਜਿਹਦੇ ਨਾਲ ਇਨਸਾਨੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਜਿਹਦੇ ਨਾਲ ਭਰਮ ਮਿਟਦੇ ਨੇ, ਜਿਹਦੇ ਨਾਲ ਸਾਡੇ ਅੰਦਰੋਂ ਅਗਿਆਨਤਾ ਦੂਰ ਹੁੰਦੀ ਹੈ। ਸੋ ਹਰ ਤਰ੍ਹਾਂ ਦਾ ਜਿਹੜਾ ਸ਼ੋਸ਼ਣ ਸੀ, ਖਾਸ ਕਰਕੇ ਮਾਨਸਿਕ ਤੌਰ 'ਤੇ, ਉਹ ਗੁਰੂ ਸਾਹਿਬ ਜੀ ਨੇ ਗਿਆਨ ਉਪਦੇਸ਼ ਦੇ ਕੇ ਠੱਲ ਪਾਈ। ਸੋ ਸਾਰੀ ਮਨੁੱਖਤਾ ਨੂੰ ਅੱਜ ਦੇ ਦਿਹਾੜੇ ਦੀ ਬਹੁਤ ਮੁਬਾਰਕ ਹੈ। ਬੜੀ ਸ਼ਰਧਾ ਅਕੀਦਤ ਨਾਲ ਇਸ ਅਸਥਾਨ ਦੇ ਉੱਤੇ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ। ਸਾਰੀ ਦੁਨੀਆ ਮਨਾ ਰਹੀ ਹੈ ਥਾਂ ਥਾਂ ਦੇ ਉੱਤੇ। ਸੋ ਅੱਜ ਲੋੜ ਹੈ ਕਿ ਮਜ਼ਹਬਾਂ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਜੇ ਸਾਰੀ ਦੁਨੀਆ 'ਚ ਪੀਸ ਚਾਹੁੰਦੇ ਹਾਂ ਤੇ ਇੱਕ ਓੰਕਾਰ ਦਾ ਉਪਦੇਸ਼ ਇਮਾਨਦਾਰੀ ਦੇ ਨਾਲ ਪ੍ਰੈਕਟੀਕਲ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਲਾਗੂ ਕੀਤਾ ਜਾਵੇ, ਤਾਂ ਕਿ ਸੰਸਾਰ ਨੂੰ ਸਮਝ ਆਏ ਕਿ ਇੱਕ ਪਿਤਾ ਦੀ ਸਾਰੀ ਇਨਸਾਨੀਅਤ ਸੰਤਾਨ ਹੈ, ਅਸੀਂ ਇੱਕ ਹੋ ਕੇ ਜੂ ਸਕੀਏ। ਇਹ ਉਪਦੇਸ਼ ਬਾਣੀ ਦੇ ਭਾਈ ਸਾਹਿਬ ਰਵਿੰਦਰ ਸਿੰਘ। ਤੇ ਅੱਜ ਕੀ ਪ੍ਰੋਗਰਾਮ ਲਿਖਿਆ ਗਿਆ ਇੱਥੇ ਗੁਰਦੁਆਰਾ ਸਾਹਿਬ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਅੱਜ ਗੁਰਦੁਆਰਾ ਕਲਗੀਧਰ ਸਾਹਿਬ ਖੰਨਾ ਵਿਖੇ ਇਹ ਪ੍ਰੋਗਰਾਮ ਨੇ ਆਯੋਜਿਤ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਸਤਿਗੁਰੂ ਜੀਆਂ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਵੱਡੀ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੀ ਦੇਣ। ਗੁਰੂ ਅਰਜਨ ਸਾਹਿਬ ਜੀਆਂ ਨੇ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਨੂੰ ਤਿਆਰ ਕੀਤਾ, ਜਿਨ੍ਹਾਂ ਦੇ ਵਿੱਚ ਬਕਾਇਦਾ ਭਾਈ ਗੁਰਦਾਸ ਜੀਆਂ ਦੀ ਇਸ ਨੂੰ ਲਿਖਣ ਦੀ ਸੇਵਾ ਲੱਗਦੀ ਆ। ਬੰਨੋ ਜੀਆਂ ਨੇ ਕਲਮਾ ਘੜਨ ਔਰ ਸ਼ਹਾਈਆਂ ਦੀ ਉਹਨਾਂ ਨੇ ਸੇਵਾ ਕੀਤੀ ਆ। ਬੜੀ ਅਣਥੱਕ ਮਿਹਨਤ ਦੇ ਸਦਕਾ ਗੁਰੂ ਅਰਜਨ ਸਾਹਿਬ ਜੀਆਂ ਨੇ ਇਹ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਸਾਡੀ ਝੋਲੀ ਵਿੱਚ ਪਾਏ ਨੇ। ਆਪ ਵੀ ਗੁਰੂ ਅਮਰਦਾਸ ਜੀ ਸਾਨੂੰ ਸਮਝਾਉਣਾ ਕਰਦੇ ਨੇ, ਭਾਈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸੱਚੀ ਬਾਣੀ ਦੇ ਨਾਲ ਸਾਨੂੰ ਜੋੜਿਆ ਵਾ। ਨਾਲ ਇਹ ਵੀ ਆਖਿਆ ਵੀ ਭਾਈ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਗੁਰੂ ਸਾਹਿਬ ਜੀਆਂ ਦੇ ਨਾਲ ਹੋਰ ਅਨੇਕਾਂ ਹੀ ਨੇ ਜਿਹੜੇ ਕੱਚ ਪਿੱਚ ਵੀ ਬੋਲਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਕਰਕੇ ਸਤਿਗੁਰੂ ਜੀਆਂ ਨੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀਆਂ ਦੀ ਸਾਰੀ ਬਾਣੀ ਨੂੰ 30 ਰਾਗਾਂ ਵਿੱਚ ਇਕੱਤਰ ਕਰਕੇ 1604 ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਇਹਨਾਂ ਨੂੰ ਪ੍ਰਕਾਸ਼ਮਾਨ ਕੀਤਾ। ਬਾਬਾ ਬੁੱਢਾ ਸਾਹਿਬ ਜੀ ਪਹਿਲੇ ਹੈੱਡ ਗ੍ਰੰਥੀ ਬਣਦੇ ਨੇ। ਇਹਨਾਂ ਨੂੰ ਮਾਣ ਮਿਲਦਾ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਸਰੂਪ ਦੀ ਸੇਵਾ ਸੰਭਾਲ ਕਰਦੇ ਨੇ। ਇੱਕ ਗੱਲ ਸੋਚਣ ਵਾਲੀ, ਵਿਚਾਰਨ ਵਾਲੀ ਆ, ਜਦੋਂ ਲਿਖਣ ਦੀ ਜਿਹੜੀ ਆ ਸ਼ੈਲੀ ਉਹ ਸਾਰੀ ਦੀ ਸਾਰੀ ਭਾਈ ਗੁਰਦਾਸ ਜੀ ਆਂਦੀ ਆ, ਪਰ ਪ੍ਰਕਾਸ਼ ਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਭਾਲ ਆ ਵਾ, ਬਾਣੀ ਦਾ ਪ੍ਰਚਾਰ ਆ ਵਾ, ਉਹ ਬਾਬਾ ਬੁੱਢਾ ਸਾਹਿਬ ਜੀਆਂ ਦੇ ਹਿੱਸੇ ਆਉਂਦਾ ਆ। ਸਾਨੂੰ ਇੱਕ ਗੱਲ ਸਮਝਾ ਕੇ ਗਏ ਨੇ ਸਤਿਗੁਰੂ ਜੀ ਵੀ, ਭਾਈ ਜਿਹੜੀ ਸਮਝ ਆ ਵਾ, ਗਿਆਨ ਆ ਵਾ, ਬਾਣੀ ਦੀ ਬਰੀਕਤਾਈ ਆ ਵਾ, ਉਹ ਭਾਈ ਗੁਰਦਾਸ ਜੀ ਵਾਂਗੂ ਰੱਖੋ, ਤੇ ਸ਼ਰਧਾ ਭਾਵਨਾ ਆ ਉਹ ਬਾਬਾ ਬੁੱਢਾ ਸਾਹਿਬ ਜੀ ਵਾਂਗੂ ਰੱਖੋ। ਅੱਜ ਦੇ ਦਿਨ ਸਤਿਗੁਰੂ ਜੀਆਂ ਨੇ ਇਹਨਾਂ ਨੂੰ ਪ੍ਰਕਾਸ਼ਮਾਨ ਕਰਕੇ ਸੰਗਤ ਦੇ ਵਿੱਚ ਪ੍ਰਚਾਰਿਆ, ਪ੍ਰਸਾਰਿਆ। ਇਹਨੂੰ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਕਹਿ ਕੇ ਸੰਬੋਧਨ ਕਰਦੇ ਨੇ। ਭਾਈ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਮੁੜ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਜਿੰਨੇ ਵੀ ਮੀਡੀਆ ਵਾਲੇ ਮੇਰੇ ਪੱਤਰਕਾਰ ਵੀਰ, ਜਿੰਨੇ ਵੀ ਤੁਸੀਂ ਆਏ ਹੋ, ਸਾਰਿਆਂ ਨੂੰ ਜੀ ਆਇਆਂ। ਔਰ ਅੱਜ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ, ਜਿੰਨੇ ਵੀ ਇਸ ਚੈਨਲ ਨੂੰ ਦੇਖ ਰਹੇ ਨੇ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ। ਅੱਜ ਇਕੱਲੇ ਅਸੀਂ ਨਹੀਂ, ਗੁਰਦੁਆਰਾ ਕਲਗੀਧਰ ਸਾਹਿਬ ਨਹੀਂ, ਇਕੱਲਾ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਕਿਤੇ ਗੁਰੂ ਨਾਨਕ ਨਾਮ ਲੇਵਾ ਰਹਿੰਦੇ ਹਨ, ਅੱਜ ਬੜੇ ਸ਼ਰਧਾ ਤੇ ਪਿਆਰ ਦੇ ਨਾਲ ਅੱਜ ਦਾ ਇਹ ਪਵਿੱਤਰ ਦਿਹਾੜਾ ਮਨਾ ਰਹੇ ਹਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਸਾਹਿਬ ਦੀ ਸੰਪਾਦਨਾ ਕਰਕੇ ਅੱਜ ਦੇ ਪਵਿੱਤਰ ਦਿਹਾੜੇ ਬਾਬਾ ਬੁੱਢਾ ਜੀ ਨੂੰ
ਇਹ ਸੇਵਾ ਸੌਂਪੀ ਹੈੱਡ ਗ੍ਰੰਥੀ ਦੀ, ਜਿੱਥੇ ਜਦੋਂ ਪ੍ਰਕਾਸ਼ ਹੋਇਆ ਤਾਂ ਪਹਿਲੇ ਮੁੱਖ ਵਾਕ ਆਏ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਸਾਰੀਆਂ ਸੰਗਤਾਂ ਨੂੰ ਨਿੱਜੀ ਤੌਰ ਤੇ ਮੈਂ ਆਪਣੇ ਵੱਲੋਂ, ਆਪਣੇ ਸਟਾਫ ਵੱਲੋਂ, ਪੂਰੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਔਰ ਸਾਰੀਆਂ ਸੰਗਤਾਂ ਦਾ ਜੋ ਅੱਜ ਦੇ ਸਮਾਗਮਾਂ ਦੇ ਵਿੱਚ ਪਹੁੰਚੀਆਂ ਨੇ, ਸਾਰਿਆਂ ਦਾ ਧੰਨਵਾਦ ਕਰਦਾ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੁਭਾਗਾ ਦਿਨ ਅੱਜ ਸਾਰੀ ਕੌਮ ਲਈ, ਸਾਰੀ ਮਾਨਵਤਾ ਲਈ, ਸਿੱਖ ਧਰਮ ਲਈ ਅਤੇ ਜਿੰਨੇ ਵੀ ਧਰਮ ਦੇ ਲੋਕ ਆ ਸਾਰਿਆਂ ਨੂੰ ਇਸ ਦਿਨ ਦੀਆਂ ਪਹਿਲਾਂ ਤਾਂ ਲੱਖ ਲੱਖ ਵਧਾਈਆਂ। ਅੱਜ ਖੰਨੇ ਦੇ ਵਿੱਚ ਗੁਰਦੁਆਰਾ ਸਾਹਿਬ ਕਲਗੀਧਰ ਦੇ ਵਿੱਚ ਇਹ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ। ਸੋ ਇਸ ਕਰਕੇ ਸੰਗਤਾਂ ਦੂਰੋਂ ਦੂਰੋਂ ਆਪਦਾ ਟਾਈਮ ਕੱਢ ਕੇ ਰਸ ਭਿੰਨੇ ਕੀਰਤਨ ਨੂੰ ਆਨੰਦ ਮਾਣਨ ਲਈ ਇੱਥੇ ਪਹੁੰਚ ਰਹੀਆਂ ਨੇ। ਅਤੇ ਮੈਂ ਖੰਨੇ ਦਾ ਇੱਕ ਛੋਟਾ ਜਿਹਾ ਵਸਨੀਕ ਹੋਣ ਕਰਕੇ ਇੱਥੇ, ਕਿਉਂਕਿ ਪਾਰਟੀ ਸਾਡੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚੋਂ ਮੈਨੂੰ ਇੱਥੇ ਹਲਕਾ ਇੰਚਾਰਜ ਲਾਇਆ ਗਿਆ, ਅਤੇ ਮੈਂ ਵੀ ਦਰਸ਼ਨ ਕਰਨ ਆਇਆ ਸੰਗਤਾਂ ਦੇ ਵੀ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੋਣ ਆਇਆ। ਸੋ ਇਸ ਕਰਕੇ ਮੈਂ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਦਾ, ਅਤੇ ਮੈਂ ਸਾਰੇ ਖੰਨੇ ਨਿਵਾਸੀਆਂ ਨੂੰ, ਜਿੰਨੇ ਵੀ ਇੱਥੇ ਸਾਡੇ ਸਾਰੇ ਧਰਮਾਂ ਦੇ ਲੋਕ ਆ, ਸਾਰਿਆਂ ਨੂੰ ਤੰਦਰੁਸਤ ਰਹਿਣ, ਖੁਸ਼ ਰਹਿਣ, ਪਰਮਾਤਮਾ ਚੜ੍ਹਦੀਆਂ ਕਲਾਂ 'ਚ ਰੱਖੇ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਬਹੁਤ ਹੀ ਵਿਸ਼ਾਲ ਸਮਾਗਮ ਕੀਤੇ ਗਏ, ਜਿਸ ਵਿੱਚ ਕਥਾ ਕੀਰਤਨ ਹੋਏ ਅਤੇ ਸਮੂਹ ਸੰਗਤਾਂ ਨੂੰ ਗੁਰੂ ਉਪਦੇਸ਼ ਦੇ ਨਾਲ ਜਿੱਥੇ ਜੋੜਿਆ ਗਿਆ, ਉੱਥੇ ਸਾਨੂੰ ਸਾਰਿਆਂ ਨੂੰ ਸਮਝਾਇਆ ਗਿਆ ਕਿ ਸਮੂਹ ਮਾਨਵਤਾ ਨੂੰ ਇੱਕ ਦੇ ਨਾਲ ਜੋੜਿਆ ਜਾ ਸਕਦਾ ਹੈ। ਜੇਕਰ ਆਪਾਂ ਇੱਕ ਓਂਕਾਰ ਦੇ ਨਾਲ, ਗੁਰਬਾਣੀ ਦੇ ਨਾਲ ਜੁੜ ਜਾਈਏ ਤਾਂ ਸਾਡੇ ਸਾਰੇ ਮਤਭੇਦ ਦੂਰ ਹੋ ਕੇ ਸਾਰੀ ਮਾਨਵਤਾ ਇੱਕ ਮਾਲਾ ਦੇ ਵਿੱਚ ਜੁੜ ਸਕਦੀ ਹੈ, ਸਾਰੇ ਏਕਤਾ ਆ ਸਕਦੀ ਹੈ। ਇਹ ਸਾਨੂੰ ਸਾਰਿਆਂ ਨੂੰ ਏਕਤਾ ਦੇ ਨਾਲ ਜੁੜਨ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸਾਰਿਆਂ ਲਈ, ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਸਾਡੇ ਲਈ ਮਾਨਵਤਾ ਵਾਸਤੇ ਬਹੁਤ ਜ਼ਰੂਰੀ ਹੈ। ਇਸ ਨੂੰ ਅਪਣਾਉਣ ਵਾਸਤੇ, ਇਸ ਨਾਲ ਜੁੜਨ ਵਾਸਤੇ ਅੱਜ ਦਾ ਪ੍ਰਕਾਸ਼ ਪੁਰਬ ਮਾਨਵਤਾ ਵਾਸਤੇ, ਸਾਰੇ ਦੁਨੀਆ ਵਾਸਤੇ ਬਹੁਤ ਵੱਡਾ ਇਹ ਦਿਨ ਬਣ ਗਿਆ। ਇਸ ਪ੍ਰਕਾਸ਼ ਪੁਰਬ ਦੀ ਜਿੱਥੇ ਮੈਂ ਗੁਰਦੁਆਰਾ ਕਲਗੀਧਰ ਦਾ ਧੰਨਵਾਦ ਕਰਦਾ, ਉੱਥੇ ਨਾਲ ਹੀ ਖੰਨੇ ਦੇ ਮੀਡੀਆ, ਸਾਰਾ ਮੀਡੀਆ ਜਿੱਥੇ ਪਹੁੰਚਿਆ, ਉਹ ਇਸ ਕਵਰਿੰਗ ਵਾਸਤੇ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।